तू ही 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 वाहेगुरु तू ही तू ही वाहेगुरु तू ही 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 ਟੀਵੀ ਦੇ ਸਟੂਡੀਓ ਪੈਰਿਸ ਵਿੱਚੋਂ ਦਾਸ ਗੁਰਦਿਆਲ ਸਿੰਘ ਆਪ ਜੀ ਲਈ ਤੂੰ ਹੀ ਤੂੰ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਤੇ ਤੂੰ ਹੀ ਤੂੰ ਦੇ ਪ੍ਰੋਗਰਾਮ ਵਿੱਚ ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਵਿੱਚ ਵਿਚਾਰਾਂ ਕਰਦੇ ਹਾਂ ਤੇ ਨਾਲ ਹੀ ਜੋ ਸਾਡਾ ਗੁਰ ਇਤਿਹਾਸ ਹੈ ਉਹਦੇ ਬਾਰੇ ਵਿਚਾਰਾਂ ਕੀਤੀਆਂ ਜਾਂਦੀਆਂ ਹਨ ਕਿਉਂਕਿ ਦੋਨੇ ਲੜੀਆਂ ਹੀ ਜਿਹੜੀਆਂ ਹਨ ਉਹ ਸਾਥ ਚੱਲਣਗੀਆਂ ਇੱਕ ਦੂਜੇ ਨਾਲ ਮਿਲ ਕੇ ਚੱਲਣਗੀਆਂ ਤਾਂ ਹੀ ਗੱਲ ਬਣਦੀ ਹੈ ਕਿਉਂਕਿ ਜਿੱਥੇ ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਣਾ ਹੈ ਉੱਥੇ ਨਾਲ ਸੰਸਾਰ ਦੇ ਵਿੱਚ ਵੀ ਵਿਚਰਨਾ ਤੇ ਜੇ ਸੰਸਾਰ ਨੂੰ ਛੱਡ ਦਈਏ ਤਾਂ ਵੀ ਗੱਲ ਨਹੀਂ ਬਣਦੀ ਜੇ ਸੰਸਾਰ ਦੇ ਵਿੱਚ ਖੁੱਭ ਜਾਈਏ ਤਾਂ ਵੀ ਗੱਲ ਨਹੀਂ ਬਣਦੀ ਤਾਂ ਆਓ ਆਪਾਂ ਸਾਰੇ ਜਾਣੇ ਮਿਲ ਕੇ ਇਹਨਾਂ ਚੀਜ਼ਾਂ ਦੇ ਉੱਤੇ ਥੋੜ੍ਹੇ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਸਾਰੇ ਮੇਰੇ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅੱਜ ਅਸੀਂ ਇਸ ਵਿਸ਼ੇ 'ਤੇ ਵਿਚਾਰ ਕਰਾਂਗੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਤੋਂ ਬਾਹਰ ਆਏ ਤਾਂ ਕੀ ਭਾਣਾ ਵਰਤਿਆ ਕਿੱਦਾਂ ਹੋਈ ਕਿਉਂਕਿ ਇੱਕ ਗੱਲ ਜਿਹੜੀ ਆ ਸਾਡੇ ਸਮਾਜ ਦੇ ਵਿੱਚ ਅੱਜ ਬਹੁਤ ਘੁੰਮਦੀ ਆ ਪਿੱਛੇ ਵੀ ਘੁੰਮਦੀ ਆਈ ਜੋ ਇਹ ਗੱਲ ਕਹੀ ਜਾਂਦੀ ਆ ਕਿ ਮੁਸਲਮਾਨ ਜਿਹੜਾ ਆ ਉਹ ਕਿੰਨੀਆਂ ਵੀ ਕਸਮਾਂ ਖਾ ਲਵੇ ਕਦੀ ਵੀ ਉੱਤੇ ਵਿਸ਼ਵਾਸ ਨਹੀਂ ਕਰਨਾ ਜਾਂ ਦੂਏ ਤਰੀਕੇ ਨਾਲ ਵੀ ਕਹਿ ਦਿੱਤਾ ਜਾਂਦਾ ਵੀ ਮੁਸਲਮਾਨ ਦੇ ਉੱਤੇ ਕਦੀ ਵੀ ਵਿਸ਼ਵਾਸ ਨਹੀਂ ਕਰਨਾ ਤੇ ਇੱਥੇ ਤਾਂ ਕਿਹਾ ਜਾਂਦਾ ਵੀ ਆਪਣਾ ਤੇਲ ਦੇ ਨਾਲ ਬਾਂਹ ਲਵੇੜ ਲਓ ਤੇ ਤਿਲਾਂ ਦੇ ਵਿੱਚ ਦੇ ਦਿਓ ਤੇ ਜਿੰਨੇ ਤੇਲ ਲੱਗੇ ਹੋਣਗੇ ਤੁਹਾਡੀ ਬਾਂਹ ਨੂੰ ਇੰਨੀਆਂ ਵੀ ਕਸਮਾਂ ਖਾ ਲਵੇ ਪਰ ਉਹ ਇਕੱਲੇ ਮੁਸਲਮਾਨ ਵਾਸਤੇ ਕਿਉਂ ਕਿਹਾ ਜਾਂਦਾ ਕੀ ਸਿੱਖ ਧਰਮ ਦਾ ਮੁਸਲਮਾਨ ਦੇ ਨਾਲ ਕੀ ਵਾਸਤਾ ਆ ਕੀ ਵਿਰੋਧਤਾ ਆ ਕਿੰਨਾ ਪਿਆਰ ਆ ਕਿੰਨੀ ਨਫ਼ਰਤ ਆ ਤੇ ਸਿੱਖ ਧਰਮ ਵਿੱਚ ਹੈ ਕੀ ਹੈ ਕਿਉਂਕਿ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਜਦੋਂ ਲੰਮਾ ਸਮਾਂ ਘੇਰਾ ਪਾਇਆ ਗਿਆ ਤੇ ਫੌਜਾਂ ਬਹੁਤ ਸਾਰੀਆਂ ਬਾਹਰ ਸੀਗੀਆਂ ਕਿੰਨੇ ਲੱਖਾਂ ਦੇ ਹਿਸਾਬ ਨਾਲ ਸਾਰੀ ਦੀ ਸਾਰੀ ਹਿੰਦੁਸਤਾਨ ਦੀ ਫੌਜ ਉੱਥੇ ਇਕੱਠੀ ਕੀਤੀ ਸੀ ਵੀ ਗੁਰੂ ਸਾਹਿਬ ਨੂੰ ਜਿੰਦੇ ਫੜਨਾ ਪਰ ਕਿਸੇ ਦੀ ਜ਼ਰੂਰਤ ਨਹੀਂ ਸੀ ਪੈਂਦੀ ਵੀ ਉਹ ਜਿਹੜਾ ਕਿਲ੍ਹਾ ਆ ਉਹਦੇ ਉੱਤੇ ਕਿਸੇ ਤਰੀਕੇ ਨਾਲ ਹਮਲਾ ਕਰਕੇ ਗੁਰੂ ਸਾਹਿਬ ਨੂੰ ਫੜ ਲਓ ਪਰ ਲੰਮਾ ਸਮਾਂ ਜਿਹੜਾ ਆ ਉਹ ਘੇਰਾ ਚੱਲਦਾ ਰਿਹਾ ਔਰ ਅਖੀਰ ਦੇ ਵਿੱਚ ਉਹਨਾਂ ਨੇ ਸਾਰੀ ਦੀ ਸਾਰੀ ਰਿਆਸਤ ਜਿਹੜੀ ਹੈ ਬਾਹਰੋਂ ਅੰਦਰੋਂ ਬੰਦ ਕਰਤੀ ਉਹ ਵੀ ਸਾਰਾ ਗੁਰੂ ਸਾਹਿਬ ਨੇ ਉੱਥੇ ਕਹਿੰਦੇ ਆ ਸਾਰਾ ਕੁਝ ਬਰਦਾਸ਼ਤ ਕੀਤਾ ਤੇ ਅਖੀਰ ਦੇ ਵਿੱਚ ਜਦੋਂ ਉਹਨਾਂ ਦੀਆਂ ਫੌਜਾਂ ਜਿਹੜੀਆਂ ਆ ਉਹ ਵੀ ਅੱਕ ਗਈਆਂ ਉੱਥੇ ਬੈਠੀਆਂ ਤੇ ਉਹਨਾਂ ਨੇ ਇੱਕ ਵਿਉਂਤ ਬਣਾਈ ਕਿ ਮੁਸਲਮਾਨਾਂ ਨੇ ਜੋ ਸਮੇਂ ਦੇ ਬਾਦਸ਼ਾਹ ਸੀਗੇ ਉਹਨਾਂ ਨੇ ਕੁਰਾਨ ਨੂੰ ਅੱਗੇ ਲਿਆਂਦਾ ਤੇ ਜੇ ਹਿੰਦੂ ਰਾਜੇ ਪਹਾੜੀ ਰਾਜੇ ਸੀ ਉਹਨਾਂ ਨੇ ਗਊ ਨੂੰ ਅੱਗੇ ਲਿਆਂਦਾ ਤੇ ਦੋਨਾਂ ਨੇ ਹੀ ਆਪੋ ਆਪਣੇ ਧਾਰਮਿਕ ਅਕੀਦੇ ਨੂੰ ਅੱਗੇ ਰੱਖ ਕੇ ਕਸਮਾਂ ਖਾਧੀਆਂ ਕਿ ਤੁਸੀਂ ਗੁਰੂ ਜੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਇੱਕ ਵਾਰੀ ਖਾਲੀ ਕਰ ਦਿਓ ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ ਫਿਰ ਜੋ ਵੀ ਹੋਊਗਾ ਦੇਖੀ ਜਾਊਗੀ ਤੁਸੀਂ ਇੱਕ ਵਾਰੀ ਅਨੰਦਪੁਰ ਜਿਹੜਾ ਉਹ ਛੱਡ ਕੇ ਚੱਲ ਜਾਓ ਹੁਣ ਕੁਰਾਨ ਦੀ ਕਸਮ ਖਾਣੀ ਜਾਂ ਗਊ ਦੀ ਕਸਮ ਖਾਣੀ ਉਹਨਾਂ ਦਾ ਇਹ ਦੱਸਣਾ ਸੀਗਾ ਕਿ ਅਸੀਂ ਆਪਣੇ ਧਾਰਮਿਕ ਤੌਰ ਦੇ ਉੱਤੇ ਤੁਹਾਡੇ ਨਾਲ ਅਸੀਂ ਪੂਰਾ ਵਾਅਦਾ ਕਰਦੇ ਹਾਂ ਔਰ ਉਹ ਜਿਹੜਾ ਵਾਅਦਾ ਕੀਤਾ ਗਿਆ ਉਹ ਕਿਸੇ ਇੱਕ ਬੰਦੇ ਕੋਲੋਂ ਨਹੀਂ ਕੀਤਾ ਗਿਆ ਜਿਹੜੀਆਂ ਉਹਨਾਂ ਦੀਆਂ ਮਹਾਨ ਸ਼ਖਸੀਅਤਾਂ ਸੀ ਉਸ ਸਮੇਂ ਦੀਆਂ ਪਹਾੜੀ ਰਾਜਮਾਨ ਦੇ ਜਿਹੜੇ ਬ੍ਰਾਹਮਣ ਸੀ ਉਸ ਸਮੇਂ ਦੇ ਜਾਂ ਇੱਧਰੋਂ ਮੁਸਲਮਾਨਾਂ ਦੇ ਜਿਹੜੇ ਮੌਲਵੀ ਸੀ ਉਹਨਾਂ ਦੇ ਥਰੂ ਕੀਤਾ ਗਿਆ ਪਰ ਗੁਰੂ ਸਾਹਿਬ ਇਸ ਚੀਜ਼ ਨੂੰ ਜਾਣਦੇ ਸੀ ਵੀ ਇਹ ਜੋ ਕਸਮਾਂ ਖਾ ਰਹੇ ਆ ਇਹਦੇ ਪਿੱਛੇ ਇਹਨਾਂ ਦਾ ਪਾਪ ਜਿਹੜਾ ਛੁਪਿਆ ਹੋਇਆ ਪਰ ਜਦੋਂ
ਸਾਰੇ ਸਿੰਘ ਜਿਹੜੇ ਸੀਗੇ ਜਾਂ ਮਾਤਾ ਜੀ ਸੀਗੇ, ਉਹਨਾਂ ਨੇ ਕਿਹਾ ਵੀ ਇੰਨੀ ਵਾਰੀ ਇਹ ਕਸਮਾਂ ਖਾਂਦੇ ਆ, ਇਹਨਾਂ ਤੇ ਵਿਸ਼ਵਾਸ ਕਰਕੇ ਦੇਖ ਲੈਂਦੇ ਹਾਂ ਇੱਕ ਵਾਰੀ। ਤੇ ਗੁਰੂ ਸਾਹਿਬ ਨੇ ਉੱਥੇ ਪ੍ਰਤੱਖ ਵੀ ਦਿਖਾ ਲਿਆ ਕਿ ਜਦੋਂ ਕਿਲੇ ਤੋਂ ਬਾਹਰ ਖੱਚਰਾਂ ਭੇਜੀਆਂ ਗਈਆਂ, ਜਿਨ੍ਹਾਂ ਉੱਤੇ ਠਿਕਰੀਆਂ ਤੇ ਹੋਰ ਉਹ ਪੁਰਾਣਾ ਸਮਾਨ ਲੱਦਿਆ ਸੀਗਾ, ਤੇ ਉਸੇ ਸਮੇਂ ਹੀ ਉਹਨਾਂ ਨੇ ਉੱਤੇ ਹਮਲਾ ਕਰ ਦਿੱਤਾ। ਪਰ ਜਦੋਂ ਉਦੋਂ ਬਾਅਦ ਗੁਰੂ ਸਾਹਿਬ ਨੇ ਸਿੰਘਾਂ ਦਾ ਹੁਕਮ ਮੰਨ ਕੇ, ਮਾਤਾ ਜੀ ਦਾ ਹੁਕਮ ਮੰਨ ਕੇ ਕਿਲੇ ਨੂੰ ਖਾਲੀ ਕਰਤਾ, ਤੇ ਪਿੱਛੋਂ ਸਾਰੇ ਪਹਾੜੀ ਰਾਜੇ ਜਿਹੜੇ ਸੀਗੇ ਜਾਂ ਮੁਗਲਾਂ ਦੀਆਂ ਫੌਜਾਂ ਸੀਗੀਆਂ, ਉਹਨਾਂ ਨੇ ਹਮਲਾ ਕਰਤਾ, ਜਿਹਦੇ ਨਾਲ 2 ਸਾਹਿਬਜ਼ਾਦੇ ਇੱਕ ਪਾਸੇ ਚਲ ਗਏ, 2 ਸਾਹਿਬਜ਼ਾਦੇ ਇੱਕ ਪਾਸੇ ਚਲ ਗਏ। ਕਿੰਨਾ ਸਾਡਾ ਇਤਿਹਾਸ ਜਿਹੜਾ ਗੁਰੂ ਸਾਹਿਬ ਨੇ ਲਿਖਿਆ ਸੀਗਾ, ਉਹ ਸਾਰੇ ਦਾ ਸਾਰਾ ਸਰਸਾ ਦੀ ਭੇਟ ਚੜ ਗਿਆ। ਪਰ ਉਦੋਂ ਬਾਅਦ ਅੱਜ ਤੱਕ ਇਹ ਗੱਲ ਜਿਹੜੀ ਆ ਉਹ ਚਲੀ ਗਈ, ਪਰ ਇਹ ਗੱਲ ਇਸ ਪਾਸੇ ਨੂੰ ਜ਼ਰੂਰ ਚਲੀ ਗਈ ਕਿ ਮੁਸਲਮਾਨ ਕਿੰਨੀਆਂ ਵੀ ਕਸਮਾਂ ਖਾ ਕੇ ਉੱਥੇ ਵਿਸ਼ਵਾਸ ਨਹੀਂ ਕਰਨਾ। ਪਰ ਦੂਏ ਪਾਸੇ ਇਹ ਨਹੀਂ ਕਿਹਾ ਗਿਆ ਵੀ ਹਿੰਦੂ ਜਿੰਨੀਆਂ ਮਰਜ਼ੀ ਕਸਮਾਂ ਖਾ ਲਵੇ ਉੱਤੇ ਵਿਸ਼ਵਾਸ ਨਹੀਂ ਕਰਨਾ। ਆਹ ਗੱਲ ਜਿਹੜੀ ਆ ਇਹ ਆਪਾਂ ਜ਼ਰੂਰ ਪਿਆਰ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਆ, ਕਿਉਂਕਿ ਜੇ ਕਸਮਾਂ ਤਾਂ ਉਸ ਸਮੇਂ ਦੋਨਾਂ ਨੇ ਖਾਧੀਆਂ, ਚਾਹੇ ਉਹ ਬ੍ਰਾਹਮਣ ਸੀਗਾ ਚਾਹੇ ਉਹ ਮੌਲਵੀ ਸੀਗਾ। ਤੇ ਮੈਂ ਆਪਣੇ ਵਿਚਾਰਾਂ ਵਿੱਚ ਆਮ ਤੌਰ 'ਤੇ ਗੱਲ ਕਰਦਾ ਕਿ ਸ਼ੁਰੂ ਤੋਂ ਹੀ ਜਿੰਨਾ ਵੀ ਭੁਲੇਖਾ ਪਾਇਆ ਜਾ ਰਿਹਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ, ਉਹ ਇਹਨਾਂ ਦੋਨਾਂ ਹੀ ਪੜ੍ਹੇ ਲਿਖੇ ਲੋਕਾਂ ਨੇ, ਚਾਹੇ ਮੌਲਵੀ ਸੀਗੇ ਚਾਹੇ ਬ੍ਰਾਹਮਣ ਸੀ, ਇਹਨਾਂ ਨੇ ਹੀ ਸਾਰੀ ਦੁਨੀਆ ਨੂੰ ਦੋ ਚਿੱਤੀ ਵਿੱਚ ਪਾਇਆ। ਜਿਨ੍ਹਾਂ ਨੇ ਦੋ ਚਿੱਤੀ ਵਿੱਚੋਂ ਕੱਢ ਕੇ ਰੱਬ ਨਾਲ ਜੋੜਨਾ ਸੀ, ਉਹਨਾਂ ਨੇ ਰੱਬ ਨਾਲ ਤੋੜ ਕੇ ਇਹ ਦੁਨੀਆ ਦੇ ਨਾਲ ਜੋੜਤਾ। ਦੋ ਚਿੱਤੀ ਵਿੱਚ ਪਾ ਕੇ ਆਪਣਾ ਰੋਟੀ ਦਾ ਸਿਸਟਮ ਜਿਹੜਾ ਉਹਨਾਂ ਨੇ ਚਲਾਈ ਰੱਖਿਆ। ਹੁਣ ਮੇਰੀ ਗੱਲ ਤੁਸੀਂ ਉਮੀਦ ਹੈ ਕਿ ਸਾਰੇ ਸਮਝ ਗਏ ਹੋਗੇ ਵੀ ਜਿਹੜੀ ਉਹ ਗੱਲ ਕਸਮ ਖਾਣ ਦੀ ਆ, ਉਹ ਸਿਰਫ ਮੁਸਲਮਾਨ ਦੇ ਉੱਤੇ ਕਿਉਂ ਢੁੱਕਦੀ ਆ, ਦੂਏ ਪਾਸੇ ਬ੍ਰਾਹਮਣ ਤੇ ਕਿਉਂ ਨਹੀਂ ਢੁੱਕਦੀ? ਕਿਉਂਕਿ ਉਸ ਸਮੇਂ ਦੇ ਸਿਆਸੀ ਲੋਕਾਂ ਨੇ ਇਸ ਸ਼ਬਦ ਨੂੰ ਬਹੁਤ ਵਿਚਾਰਿਆ। ਪਰ ਜਦੋਂ ਅਸੀਂ ਗੁਰੂ ਦਾ ਇਤਿਹਾਸ ਪੜ੍ਹਦੇ ਹਾਂ, ਜਦੋਂ ਗੁਰੂ ਸਾਹਿਬ ਦੀਆਂ ਸਾਖੀਆਂ ਅਸੀਂ ਪੜ੍ਹਦੇ ਹਾਂ, ਉਹਨਾਂ ਨੂੰ ਵਿਚਾਰ ਕਰਦੇ ਹਾਂ, ਤੇ ਕਿਹੜੇ ਸਮੇਂ ਇਸ ਤਰੀਕੇ ਦੇ ਆਏ ਆ ਜਿਹਦੇ ਵਿੱਚ ਮੁਸਲਮਾਨਾਂ ਨੇ ਗੁਰੂ ਸਾਹਿਬ ਦੇ ਜੰਗਾਂ ਯੁੱਧਾਂ ਵਿੱਚ ਵੀ ਇੰਨਾ ਸਾਥ ਦਿੱਤਾ, ਆਪਣੇ ਬੱਚੇ ਧੀਆਂ ਆਪਣਾ ਸਾਰੇ ਦੇ ਸਾਰੇ ਪਰਿਵਾਰ ਵੀ ਜਿਹੜੇ ਸ਼ਹੀਦ ਕਰਾਏ। ਪਰ ਫਿਰ ਵੀ ਅਸੀਂ ਉਹ ਜਿਹੜਾ ਅਲਫਾਜ਼ ਆ, ਉਹ ਜਿਹੜੇ ਸ਼ਬਦ ਆ, ਉਹਨੂੰ ਕਈ ਵਾਰੀ ਵਰਤਦੇ ਰਹਿੰਦੇ ਆ। ਕਈ ਵਾਰੀ ਉਹ ਇਸ ਤਰੀਕੇ ਨਾਲ ਵਰਤੇ ਜਾਂਦੇ ਆ ਕਿ ਜਿੱਦਾਂ ਸਿੱਖ ਧਰਮ ਦੇ ਵਿੱਚ ਮੁਸਲਮਾਨਾਂ ਨੂੰ ਨਫ਼ਰਤ ਕਰਨ ਵਾਸਤੇ ਵਰਤਿਆ ਜਾਂਦਾ। ਪਰ ਐਕਚੁਅਲੀ ਜਿਹੜਾ ਸਿੱਖ ਧਰਮ ਆ ਜਾਂ ਸਿੱਖ ਆ, ਉਹ ਤਾਂ ਕਿਸੇ ਨੂੰ ਨਫ਼ਰਤ ਨਹੀਂ ਕਰਦਾ, ਤੇ ਨਾ ਹੀ ਸਿੱਖ ਧਰਮ ਕਿਸੇ ਨੂੰ ਨਫ਼ਰਤ ਜਿਹੜਾ ਉਹ ਸਿਖਾਉਂਦਾ ਵੀ ਤੁਸੀਂ ਦੂਸਰੇ ਨੂੰ ਧਰਮ ਦੇ ਨਾਂ ਦੇ ਉੱਤੇ ਨਫ਼ਰਤ ਕਰੋ। ਤੁਸੀਂ ਇੱਕ ਇਨਸਾਨ ਦੇ ਕਰਮ ਦੇ ਨਾਂ ਦੇ ਉੱਤੇ ਉਸ ਇਨਸਾਨ ਨੂੰ ਨਫ਼ਰਤ ਕਰ ਸਕਦੇ ਆ ਕਿ ਉਹਦੇ ਕਰਮ ਜਿਹੜੇ ਆ ਇਨਸਾਨਾਂ ਵਾਲੇ ਨਹੀਂ ਗੇ। ਕਿਸੇ ਰਾਜੇ ਦੇ ਕਰਮ ਇਨਸਾਨਾਂ ਵਾਲੇ ਨਹੀਂ ਸੀ, ਅਸੀਂ ਉਹਨੂੰ ਨਫ਼ਰਤ ਕਰ ਸਕਦੇ ਹਾਂ, ਉਹਦੇ ਨਾਲ ਲੜ ਸਕਦੇ ਹਾਂ, ਮਰ ਸਕਦੇ ਹਾਂ। ਪਰ ਇੱਕ ਧਰਮ ਨੂੰ ਇੱਕ ਪਾਸਿਓਂ ਲੈ ਕੇ ਜੇ ਅਸੀਂ ਨਕਾਰ ਦਈਏ, ਮੇਰੇ ਖਿਆਲ ਦੇ ਵਿੱਚ ਸਿੱਖ ਜਿਹੜਾ ਧਰਮ ਆ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ, ਸ਼ਬਦ ਗੁਰੂ ਆ, ਉਹ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦੇ। ਪਰ ਅਸੀਂ ਆਮ ਤੌਰ 'ਤੇ ਆਮ ਥਾਵਾਂ ਦੇ ਉੱਤੇ ਇਹ ਸ਼ਬਦ ਜਿਹੜਾ ਵਰਤ ਦਿੰਦੇ ਆ, ਜਿਹਦੇ ਨਾਲ ਜਿਹੜਾ ਸਾਡਾ ਸਿੱਖੀ ਦਾ ਅਕਸ਼ ਆ, ਉਹਦੇ ਉੱਤੇ ਵੀ ਕਾਫੀ ਸਾਰਾ ਅਸਰ ਪੈਂਦਾ। ਤੇ ਜਦੋਂ ਗੁਰੂ ਨਾਨਕ ਦੇਵ ਜੀ ਦੀ ਗੱਲ ਸ਼ੁਰੂ ਤੋਂ ਆਪਾਂ ਕਰਦੇ ਹਾਂ, ਤੇ ਗੁਰੂ ਨਾਨਕ ਦੇਵ ਜੀ ਨੂੰ ਸਭ ਤੋਂ ਪਹਿਲੋਂ ਅੱਲਾ ਦੇ ਰੂਪ ਦੇ ਵਿੱਚ ਦੇਖਣ ਵਾਲਾ ਉੱਥੇ ਦਾ ਰਾਏ ਬਲਾਰ ਸੀ, ਜਿਹਨੇ ਅੱਲਾ ਦਾ ਨੂਰ ਉਹਨਾਂ ਨੂੰ ਸਮਝਿਆ। ਤੇ ਉਧਰੋਂ ਗੁਰੂ ਨਾਨਕ ਦੇਵ ਜੀ ਨੂੰ ਰਾਏ ਬਲਾਰ ਜੀ ਨੇ ਅੱਲਾ ਦਾ ਰੂਪ ਸਮਝਿਆ ਤੇ ਨਮਸਕਾਰ ਕਿਹਾ ਕਿ ਅੱਲਾ ਧਰਤੀ ਦੇ ਉੱਤੇ ਆਇਆ। ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ 10ਵੇਂ ਜਾਮੇ ਵਿੱਚ ਆਉਂਦੇ ਆ, ਗੁਰੂ ਨਾਨਕ ਦੇਵ ਜੀ ਦੀ ਜੋਤ ਜਿਹੜੀ ਆਉਂਦੀ ਆ, ਤੇ ਉਦੋਂ ਵੀ ਇੱਕ ਮੁਸਲਮਾਨ ਸੂਫੀ ਫਕੀਰ ਨੇ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਅੱਲਾ ਦਾ ਨੂਰ ਸਮਝਿਆ। ਜਦੋਂ ਕਿ ਉਹ ਲਹਿੰਦੇ ਵੱਲ ਨੂੰ ਦੇਖ ਕੇ ਆਪਣੀ ਨਮਾਜ਼ ਪੜ੍ਹਦੇ ਸੀ, ਪਰ ਉਸ ਦਿਨ ਉਹਨੇ ਚੜ੍ਹਦੇ ਵੱਲ ਨੂੰ ਦੇਖ ਕੇ ਆਪਣੀ ਨਮਾਜ਼ ਪੜ੍ਹੀ। ਤੇ ਉਹਨੂੰ ਪੁੱਛਿਆ ਉਹਨਾਂ ਦੇ ਸੇਵਕਾਂ ਨੇ, ਅੱਜ ਕੀ ਆ? ਤੇ ਉਹਨਾਂ ਨੇ ਕਿਹਾ, ਅੱਜ ਜਿਹੜਾ ਅੱਲਾ ਦਾ ਨੂਰ ਜਿਹਦੀ ਮੈਂ ਇਬਾਦਤ ਕਰਦਾ, ਉਹ ਧਰਤੀ ਦੇ ਉੱਤੇ ਆ ਗਿਆ। ਫਿਰ ਅਸੀਂ ਕਿਹੜੇ ਤਰੀਕੇ ਨਾਲ ਨਫ਼ਰਤ ਕਰ ਸਕਦੇ ਹਾਂ ਇੱਕ ਬੰਦੇ ਨੂੰ, ਇੱਕ ਜਾਤ ਨੂੰ, ਇੱਕ ਧਰਮ ਨੂੰ, ਸਿਰਫ ਇਸੇ ਕਰਕੇ ਵੀ ਉਹ ਤੋਂ ਤੁਸੀਂ ਨਫ਼ਰਤ ਕਰਨੀ ਹੈ? ਨਹੀਂ, ਸਾਡੇ ਧਰਮ ਦੇ ਵਿੱਚ ਕਿਤੇ ਵੀ ਗੁਰਸਿੱਖ ਹੋਣ ਦੇ ਨਾਤੇ ਸਾਡੇ ਗੁਰੂ ਸਾਹਿਬਾਨ ਦੇ ਜੀਵਨ ਦੇ ਵਿੱਚ
ਕਿਤੇ ਵੀ ਐਸਾ ਨਹੀਂ ਦੱਸਿਆ। ਤਾਂ ਸਾਨੂੰ ਇਸ ਚੀਜ਼ ਤੋਂ ਬਹੁਤ ਜ਼ਿਆਦਾ ਗਰੇਜ ਕਰਨੀ ਚਾਹੀਦੀ ਆ। ਇੱਥੇ ਹੀ ਬਸ ਨਹੀਂ ਗੀ, ਬਹੁਤ ਲੰਮਾ ਸਮਾਂ ਯੁੱਧਾਂ ਦੇ ਵਿੱਚ ਚੱਲਦੇ ਰਹੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪੀਰ ਬੁੱਧੂ ਸ਼ਾਹ, ਜਿਹਦਾ ਨਾਂ ਸਾਰੀ ਦੁਨੀਆ ਜਿਹੜੀ ਆ ਉਹ ਬੜੇ ਸਤਿਕਾਰ ਦੇ ਨਾਲ ਲੈਂਦੀ ਹੈ, ਖਾਸ ਕਰਕੇ ਸਿੱਖ ਧਰਮ ਦੇ ਵਿੱਚ, ਜਿਨ੍ਹਾਂ ਨੇ ਆਪਣੇ 4 ਪੁੱਤਰ ਤੇ ਕਿੰਨੇ ਸਾਰੇ ਆਪਣੇ ਪਰਿਵਾਰ ਦੇ ਮੈਂਬਰ ਜਿਹੜੇ ਗੁਰੂ ਸਾਹਿਬ ਦੇ ਉੱਤੋਂ ਸ਼ਹੀਦ ਕਰ ਦਿੱਤੇ, ਗੁਰੂ ਸਾਹਿਬ ਤੋਂ ਕੁਰਬਾਨ ਕਰ ਦਿੱਤੇ। ਤੇ ਜਦੋਂ ਗੁਰੂ ਸਾਹਿਬ ਨੂੰ ਮਿਲੇ ਤੇ ਗੁਰੂ ਸਾਹਿਬ ਨੂੰ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੰਨਾ ਕੁਛ ਕੀਤਾ ਆ ਮੇਰੇ ਵਾਸਤੇ ਜਾਂ ਸਿੱਖ ਧਰਮ ਦੇ ਵਾਸਤੇ, ਦੱਸੋ ਮੈਂ ਤੁਹਾਨੂੰ ਕੀ ਦੇਵਾਂ, ਕੀ ਮੰਗਣਾ ਚਾਹੁੰਦੇ ਹੋ, ਤੁਸੀਂ ਮੰਗ ਲਓ, ਮੈਂ ਜੋ ਵੀ ਖੁਸ਼ੀ ਦਵਾਂਗੇ, ਖੁਸ਼ੀ ਮੰਗੋਗੇ ਆਪਾਂ ਦੇਵਾਂਗੇ ਤੁਹਾਨੂੰ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਆਪ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੋ ਵੀ ਉਹ ਦੇਣਾ ਚਾਹੁੰਦੇ ਦੇ ਸਕਦੇ ਸੀ। ਪਰ ਪੀਰ ਬੁੱਧੂ ਸ਼ਾਹ ਨੇ ਹਮੇਸ਼ਾ ਉਹਨਾਂ ਨੂੰ ਮੋਰੇ ਸੀਸ ਹੀ ਨਵਾਇਆ। ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਇੱਕ ਨਜ਼ਰ ਕਰ ਦਿੱਤੀ ਸਾਡੇ ਉੱਤੇ, ਸਾਡੇ ਲਈ ਇੰਨਾ ਹੀ ਬਹੁਤ ਆ। ਪਰ ਗੁਰੂ ਸਾਹਿਬ ਦੇ ਬਾਰ-ਬਾਰ ਕਹਿਣ ਦੇ ਉੱਤੇ ਉਹਨਾਂ ਨੇ, ਕਿਉਂਕਿ ਗੁਰੂ ਸਾਹਿਬ ਉਸ ਸਮੇਂ ਕੇਸਾਂ ਵਿੱਚ ਕੰਘਾ ਕਰਦੇ ਸੀ, ਤੇ ਪੀਰ ਬੁੱਧੂ ਸ਼ਾਹ ਨੇ ਹੱਥ ਜੋੜ ਕੇ ਕਿਹਾ ਵੀ ਜਿਹੜਾ ਤੁਸੀਂ ਕੇਸਾਂ ਵਿੱਚ ਕੰਘਾ ਕਰਦੇ ਹੋ, ਕਿਰਪਾ ਕਰਕੇ ਇਹੀ ਮੇਰੇ 'ਤੇ ਬਖਸ਼ਿਸ਼ ਕਰ ਦਿਓ। ਹੁਣ ਸਾਡੇ ਲਈ ਉਹ ਕੇਸ ਜਾਂ ਲੱਕੜ ਦਾ ਕੰਘਾ ਜੇ ਆਪਾਂ ਉਹਦਾ ਕਹਿ ਦਈਏ ਤਾਂ ਸ਼ਾਇਦ ਕੋਈ ਮਾਮੂਲੀ ਜਿਹੀ ਗੱਲ ਆ, ਕਿ ਉਹਨੂੰ ਉਹਦੀ ਕੋਈ ਏਡੀ ਬੁਕਤ ਨਹੀਂ। ਪਰ ਜਦੋਂ ਪੀਰ ਬੁੱਧੂ ਸ਼ਾਹ ਨੇ ਆਪਣਾ ਸਾਰਾ ਸਰਬੰਸ ਵਾਰਨ ਤੋਂ ਬਾਅਦ ਉਹ ਕੇਸ ਤੇ ਉਹ ਕੰਘਾ ਮੰਗਿਆ ਹੋਊਗਾ, ਤੇ ਤੁਸੀਂ ਸਮਝ ਲਓ ਕਿ ਉਹਦੀ ਕੀਮਤ ਕੀ ਗਿਣੀ ਹੋਊਗੀ ਉਸ ਪੀਰ ਬੁੱਧੂ ਸ਼ਾਹ ਨੇ, ਜਦੋਂ ਕਿ ਉਹ ਮੁਸਲਮਾਨ ਸੀ। ਗੁਰੂ ਸਾਹਿਬ ਨੇ ਕਿੰਨੇ ਪਿਆਰ ਤੇ ਸਤਿਕਾਰ ਦੇ ਨਾਲ ਉਹ ਕੰਘਾ ਤੇ ਆਪਣੇ ਕੇਸ ਉਹਨਾਂ ਦਿੱਤੇ, ਜੋ ਅੱਜ ਵੀ ਉਹਨਾਂ ਦੇ ਪਰਿਵਾਰ ਦੇ ਵਿੱਚ ਉਸੇ ਤਰੀਕੇ ਦੇ ਨਾਲ ਹੈਗੇ ਤੇ ਉਸੇ ਤਰੀਕੇ ਨਾਲ ਉਹਦਾ ਸਤਿਕਾਰ ਕਰਦੇ ਆ। ਪਰ ਅਸੀਂ ਫੇਰ ਭੁੱਲ ਜਾਂਦੇ ਹਾਂ, ਜਦੋਂ ਗੁਰੂ ਸਾਹਿਬ ਸਰਸਾ ਨਦੀ ਤੋਂ ਪਾਰ ਲੰਘ ਕੇ ਗਏ, ਫੇਰ ਕਿੰਨੀਆਂ ਜੰਗਾਂ ਹੋਈਆਂ, ਫਿਰ ਉਹ ਕੱਚੀ ਗੜੀ ਦੇ ਵਿੱਚ ਗਏ। ਕੱਚੀ ਗੜੀ ਦੇ ਵਿੱਚ ਕਿ 40 ਸਿੰਘ ਸੀਗੇ, 10 ਲੱਖ ਫੌਜ ਸੀਗੀ, ਕਿੰਨੀਆਂ ਸ਼ਹੀਦੀਆਂ ਹੋਈਆਂ, ਕਿੰਨੀ ਦ੍ਰਿੜਤਾ ਦੇ ਨਾਲ ਸਾਰੇ ਸਿੰਘ ਲੜੇ। ਤੇ ਉਸ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਵਿੱਚ ਜਾ ਕੇ ਸੁੱਤੇ ਆ। ਤਾਂ ਜੰਗਲਾਂ ਵਿੱਚ ਜੋ ਸੁੱਤੇ ਆ, ਨਾ ਪੈਰਾਂ 'ਚ ਜੋੜਾ ਆ, ਨਾ ਕੋਈ ਬਾਜ ਆ, ਨਾ ਕੋਈ ਘੋੜਾ ਆ, ਕੁਛ ਵੀ ਨਹੀਂਗਾ। ਪਰ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰਦੇ ਪਏ ਆ। ਉੱਥੇ ਹੀ ਉਹਨਾਂ ਨੇ ਆਪਣਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਸੱਜਣ ਮਿੱਤਰ ਪਿਆਰਾ ਜਾਣ ਕੇ ਗੀਤ ਵਿਚਾਰ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਉਸ ਜੰਗਲ ਵਿੱਚ ਗਾਇਆ। ਉਹ ਜੰਗਲ ਤੋਂ ਬਾਅਦ ਜਦੋਂ ਉਹ ਲਾਗਲੇ ਪਿੰਡਾਂ ਦੇ ਵਿੱਚ ਗਏ ਆ, ਤੇ ਉੱਥੇ ਬੜੇ ਜਿਹੜੇ ਹਿੰਦੂ, ਬੜੇ ਸਾਰੇ ਸਿੱਖ ਜਿਹੜੇ ਸੀਗੇ, ਜਿੱਥੇ ਗੁਰੂ ਸਾਹਿਬ ਹੋਰ ਥੋੜ੍ਹੀ ਦੇਰ ਠਹਿਰਨਾ ਚਾਹੁੰਦੇ ਸੀ, ਪਰ ਕਿਸੇ ਵੀ ਸਾਡੇ ਵੀਰਾਂ ਨੇ ਉਸ ਸਮੇਂ ਗੁਰੂ ਸਾਹਿਬ ਦੀ ਬਾਂਹ ਨਹੀਂ ਫੜੀ, ਗੁਰੂ ਸਾਹਿਬ ਨੂੰ ਉੱਥੇ ਠਹਿਰਨ ਲਈ ਆਪਣਾ ਸਹਿਯੋਗ ਨਹੀਂ ਦਿੱਤਾ। ਇਹ ਤਾਂ ਕਹਿੰਦੇ ਰਹੇ ਵੀ ਅਸੀਂ ਪੈਸਾ ਦੇ ਸਕਦੇ ਹਾਂ, ਸਾਡੇ ਕੋਲ ਘੋੜੇ ਲੈ ਜਾਓ, ਸਾਡੇ ਕੋਲ ਆਹ ਲੈ ਜਾਓ, ਸਾਡੇ ਕੋਲ ਆਹ ਲੈ ਜਾਓ, ਪਰ ਅਸੀਂ ਆਪਣੇ ਨੂੰ ਘਰ ਨਹੀਂ ਰੱਖ ਸਕਦੇ, ਕਿਉਂਕਿ ਮੁਗਲ ਫੌਜਾਂ ਜਿਹੜੀਆਂ ਪਿੱਛੇ ਲੱਗੀਆਂ ਤੇ ਥਾਂ ਥਾਂ 'ਤੇ ਸੂਹ ਲੈਂਦੀਆਂ ਫਿਰਦੀਆਂ ਫੌਜਾਂ, ਵੀ ਗੁਰੂ ਸਾਹਿਬ ਕਿੱਥੇ ਗਏ। ਕਿਉਂਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਜਿਹੜੇ ਸਿੰਘ ਨੂੰ ਸ਼ਹੀਦ ਕੀਤਾ ਉਹ ਗੁਰੂ ਗੋਬਿੰਦ ਸਿੰਘ ਜੀ ਨਹੀਂ ਗਏ, ਉਹ ਭਾਈ ਸੰਗਤ ਸਿੰਘ ਜੀ ਸੀਗੇ, ਜਿਨ੍ਹਾਂ ਤੇ ਗੁਰੂ ਸਾਹਿਬ ਆਪਣਾ ਪੂਰੇ ਦਾ ਪੂਰਾ ਬਾਣਾ ਦੇ ਕੇ ਤੇ ਕਲਗੀ ਵੀ ਉੱਥੇ ਲਾ ਕੇ ਚਲ ਗਏ ਸੀ। ਤੇ ਜਦੋਂ ਉਹ ਜਾ ਰਹੇ ਆ, ਪਿੰਡ ਵਿੱਚ ਕੋਈ ਵੀ ਜਿਹੜਾ ਆ ਗੁਰੂ ਸਾਹਿਬ ਨੂੰ ਉਸ ਸਮੇਂ ਆਪਣੇ ਕੋਲ ਰੱਖਣ ਲਈ ਤਿਆਰ ਨਹੀਂ ਹੁੰਦਾ। ਤੇ ਉਸ ਸਮੇਂ 2 ਮੁਸਲਮਾਨ, ਗਨੀ ਖਾਂ ਤੇ ਨਬੀ ਖਾਂ, ਜਿਨ੍ਹਾਂ ਦਾ ਨਾਂ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਹੈ, ਔਰ ਉਹਨਾਂ ਦਾ ਸਾਰੇ ਦਾ ਸਾਰਾ ਪਰਿਵਾਰ, ਉਹਨਾਂ ਨੇ ਗੁਰੂ ਸਾਹਿਬ ਦੇ ਮੂਹਰੇ ਆ ਕੇ ਫਰਿਆਦ ਕੀਤੀ, ਸੱਚੇ ਪਿਤਾ ਤੁਸੀਂ ਕਿਰਪਾ ਕਰੋ, ਅਸੀਂ ਆਪ ਜੀ ਨੂੰ ਆਪਣੀ ਹਵੇਲੀ ਵਿੱਚ ਰੱਖਣਾ ਚਾਹੁੰਦੇ ਹਾਂ, ਸਾਡੇ ਕੋਲ ਰਹੋ। ਗੁਰੂ ਸਾਹਿਬ ਨੇ ਉੱਥੇ ਸਮਝਾਇਆ ਉਹਨਾਂ ਨੂੰ ਕਿ ਪਿੱਛੇ ਮੁਗਲ ਫੌਜਾਂ ਲੱਗੀਆਂ ਆ, ਤੁਹਾਡੇ ਪਰਿਵਾਰ ਦਾ, ਤੁਹਾਡਾ ਕਾਫੀ ਵੱਡਾ ਨੁਕਸਾਨ ਹੋ ਸਕਦਾ, ਵਿਚਾਰ ਲਓ, ਸੋਚ ਲਓ। ਪਰ ਉਸ ਸਮੇਂ ਉਹ ਸਾਰੇ ਦੇ ਸਾਰੇ ਪਰਿਵਾਰ ਨੇ, ਨਵੀਂ ਖਾਂ ਤੇ ਗਨੀ ਖਾਂ ਜਿਹੜੇ ਭਰਾ, ਜਿਨ੍ਹਾਂ ਦਾ ਨਾਮ ਬੜੇ ਸਤਿਕਾਰ ਨਾਲ ਲਿਆ ਜਾਂਦਾ, ਉਹਨਾਂ ਸਾਰਿਆਂ ਨੇ ਗੁਰੂ ਸਾਹਿਬ ਦੇ
ਚਰਨਾਂ ਤੇ ਸੀਸ ਰੱਖ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਹਾਨੂੰ ਲੋੜ ਵੀ ਆ ਤੇ ਅਸੀਂ ਚਾਹੁੰਦੇ ਵੀ ਆ, ਜੋ ਵੀ ਹੋਊਗਾ ਭਾਣਾ ਵਰਤੂਗਾ ਅਸੀਂ ਉਹ ਮੰਨਾਂਗੇ, ਪਰ ਹੁਣ ਤੁਸੀਂ ਸਾਡੇ ਨਾਲ ਚਲੋ, ਸਾਡੇ ਪਰਿਵਾਰ ਵਿੱਚ ਔਰ ਸਾਡੀ ਹਵੇਲੀ ਵਿੱਚ ਚਲੋ। ਤਾਂ ਗੁਰੂ ਸਾਹਿਬ ਉੱਥੇ ਗਏ। ਪਿੱਛੋਂ ਮੁਗਲ ਫੌਜਾਂ ਆ ਰਹੀਆਂ। ਮੁਗਲ ਫੌਜਾਂ ਨੇ ਆ ਕੇ ਉਹ ਸਾਰੇ ਪਿੰਡ ਨੂੰ ਘੇਰਾ ਪਾਇਆ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਗੁਰੂ ਸਾਹਿਬ ਇੱਥੇ ਆਏ ਆ। ਸੂਈਆਂ ਨੇ ਵੀ ਸੂਹ ਦਿੱਤੀ ਸੀ ਉੱਥੇ। ਫਿਰ ਉਹਨਾਂ ਨੇ ਘਰਾਂ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ, ਜੋ ਉੱਥੇ ਸਿੱਖਾਂ ਦੇ ਘਰ ਸੀਗੇ, ਜੋ ਹਿੰਦੂਆਂ ਦੇ ਘਰ ਸੀ, ਉਹਨਾਂ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ ਵੀ ਗੁਰੂ ਸਾਹਿਬ ਇੱਥੇ ਹੋਣਗੇ, ਗੁਰੂ ਸਾਹਿਬ ਇੱਥੇ ਹੋਣਗੇ, ਗੁਰੂ ਸਾਹਿਬ ਇੱਥੇ ਹੋਣਗੇ। ਤੇ ਹੌਲੀ ਹੌਲੀ ਖਬਰ ਜਿਹੜੀ ਆ ਉੱਥੇ ਤੱਕ ਹੀ ਪਹੁੰਚੀ ਜਿੱਥੇ ਗੁਰੂ ਸਾਹਿਬ ਬੈਠੇ ਸੀ। ਤੇ ਉਸ ਸਮੇਂ ਉਹਨਾਂ ਮੁਸਲਮਾਨ ਵੀਰਾਂ ਨੇ ਇੱਕ ਸਕੀਮ ਬਣਾਈ, ਇੱਕ ਤਰਕੀਬ ਬਣਾਈ, ਜੋ ਗੁਰੂ ਸਾਹਿਬ ਦੀ ਪੂਰੀ ਸਹਿਮਤੀ ਦੇ ਨਾਲ ਹੀ ਕਿ ਗੁਰੂ ਸਾਹਿਬ ਨੂੰ ਉੱਚ ਦੇ ਪੀਰ ਬਣਾ ਕੇ ਉਸ ਜਿਹੜੀ ਘੇਰਾਬੰਦੀ ਪਿੰਡ ਦੀ ਕੀਤੀ ਸੀ, ਉਸ ਘੇਰਾਬੰਦੀ ਤੋਂ ਬਾਹਰ ਲੈ ਕੇ ਆਏ। ਜਦੋਂ ਕਿ ਗੁਰੂ ਗੋਬਿੰਦ ਸਿੰਘ ਜੀ ਜੋ ਚਾਹੁੰਦੇ ਖੁਦ ਆਪ ਵੀ ਉੱਦਾਂ ਵੀ ਕਰ ਸਕਦੇ ਸੀ, ਪਰ ਉਹਨਾਂ ਨੇ ਕੁਛ ਸਾਨੂੰ ਬਹੁਤ ਕੁਛ, ਜੋ ਕੁਛ ਵੀ ਗੁਰੂ ਸਾਹਿਬਾਂ ਨੇ ਆਪਣੇ ਜੀਵਨ ਵਿੱਚ ਕੀਤਾ, ਸਿਰਫ ਤੇ ਸਿਰਫ ਸਾਨੂੰ ਸਮਝਾਉਣ ਵਾਸਤੇ ਕੀਤਾ। ਅਸੀਂ ਨਹੀਂ ਸਮਝਦੇ ਤੇ ਸਾਡਾ ਕਸੂਰ ਆ, ਪਰ ਗੁਰੂ ਸਾਹਿਬਾਂ ਨੇ ਜੋ ਵੀ ਦੁੱਖੜੇ ਝੱਲੇ ਆ ਉਹ ਸਿਰਫ ਤੇ ਸਿਰਫ ਸਾਨੂੰ ਸਮਝਾਉਣ ਵਾਸਤੇ ਝੱਲੇ ਆ, ਵਰਨਾ ਉਹ ਤਾਂ ਰੱਬ ਦਾ ਨੂਰ ਸੀ, ਰੱਬ ਦਾ ਰੂਪ ਸੀਗਾ, ਉਹਨਾਂ ਨੂੰ ਕੋਈ ਦੁੱਖੜੇ ਝੱਲਣ ਦੀ ਲੋੜ ਨਹੀਂ ਸੀ। ਤੇ ਜਦੋਂ ਗਨੀ ਖਾਨ, ਨਵੀ ਖਾਨ ਤੇ ਉਹਨਾਂ ਦੇ ਹੋਰ ਭਰਾ ਜਿਹੜੇ ਸੀ ਜਾਂ ਉਹਨਾਂ ਦਾ ਪਰਿਵਾਰ ਇੱਕ ਮੁਸਲਮਾਨ ਬਾਣੇ ਦੇ ਵਿੱਚ, ਜੋ ਨੀਲ ਬਸਤਰ ਪਹਿਨੇ ਉਹਨਾਂ ਨੇ, ਉੱਥੋਂ ਉੱਚ ਦਾ ਪੀਰ ਬਣਾ ਕੇ ਆਪਣੇ ਮੋਢਿਆਂ ਦੇ ਉੱਤੇ ਲੈ ਕੇ ਆ ਰਹੇ ਸੀ। ਤੇ ਉੱਥੇ ਨਾਕੇ ਦੇ ਉੱਤੇ ਆ ਕੇ ਉਹਨਾਂ ਨੇ ਪੁੱਛਿਆ ਵੀ ਇਹ ਕੌਣ ਆ। ਉਸ ਸਮੇਂ ਉਹਨਾਂ ਵੀਰਾਂ ਨੇ ਇਹ ਕਿਹਾ ਇਹ ਸਾਡੇ ਉੱਚ ਦੇ ਪੀਰ ਆ। ਉੱਚ ਦਾ ਪੀਰ ਮੁਸਲਮਾਨਾਂ ਦੇ ਉਸ ਸਮੇਂ ਦਾ ਸਭ ਤੋਂ ਜ਼ਿਆਦਾ ਸਤਿਕਾਰੀ ਜਿਹੜੇ ਸਾਧੂ ਸੰਤ ਮਹਾਤਮਾ ਗਿਣੇ ਜਾਂਦੇ ਸੀ। ਉਹਨਾਂ ਨੇ ਕਿਹਾ ਇਹ ਸਾਡੇ ਆ। ਇਹਨਾਂ ਨੇ ਉਹ ਕਹਿੰਦੇ ਫਿਰ ਅਸੀਂ ਤੁਹਾਨੂੰ ਲੰਗਰ ਦਿੰਦੇ ਹਾਂ, ਮੀਟ ਦਿੰਦੇ ਹਾਂ, ਜਿਹੜਾ ਉਹਨਾਂ ਨੇ ਬਣਾਇਆ ਸੀ ਵੀ ਇਹਨੂੰ ਛਕੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਤੁਸੀਂ ਵਾਕਿਆ। ਤੇ ਉਹਨਾਂ ਨੇ ਕਿਹਾ ਵੀ ਇਸ ਵੇਲੇ ਇਹਨਾਂ ਨੇ ਕੁਛ ਨਹੀਂ ਛਕਣਾ, ਹਾਂ ਤੁਸੀਂ ਦੇ ਦਿਓ ਤੇ ਫਿਰ ਅਸੀਂ ਛਕ ਲਵਾਂਗੇ ਗਾਂ ਜਾ ਕੇ। ਖੈਰ ਉਹ ਸਾਕੀ ਦੇ ਵਿੱਚ ਜਿੱਦਾਂ ਵੀ ਲਿਖਿਆ, ਉਹ ਆਪਣਾ ਉਸ ਚੀਜ਼ ਨਾਲ ਮਤਲਬ ਨਹੀਂ ਗਿਆ ਵੀ ਉਹਨਾਂ ਕਿੱਦਾਂ ਛਕਿਆ, ਕਿਉਂ ਛਕਿਆ, ਕਿੱਦਾਂ ਕੀਤੀ, ਪਰ ਸਾਡਾ ਮਤਲਬ ਜਿਹੜਾ ਅਖੀਰ ਜਿਹੜਾ ਆਪਾਂ ਜਿਹਦੇ ਉੱਤੇ ਵਿਚਾਰ ਕਰਨਾ ਚਾਹੁੰਦੇ ਹਾਂ ਵੀ ਜਿਹੜੀ ਸਾਡੀ ਵਿੱਚ ਨਫ਼ਰਤ ਭਰੀ ਗਈ ਸਿਰਫ ਧਰਮ ਦੇ ਨਾਂ 'ਤੇ, ਜਿਹਦਾ ਸਿੱਖੀ ਇਜਾਜ਼ਤ ਨਹੀਂ ਦਿੰਦੀ, ਇੱਦਾਂ ਕਿਉਂ ਹੋ ਰਿਹਾ। ਅਸੀਂ ਕਿਉਂ ਨਹੀਂ ਸੋਚਣ ਦੀ, ਵਿਚਾਰਨ ਦੀ ਕੋਸ਼ਿਸ਼ ਕਰਦੇ। ਤੇ ਉੱਚ ਦਾ ਪੀਰ ਬਣ ਕੇ ਜਦੋਂ ਗੁਰੂ ਸਾਹਿਬ ਲੈ ਕੇ ਆਏ, ਉਹਨਾਂ ਨੇ ਉੱਥੇ ਨਾਕੇ ਦੇ ਉੱਤੇ ਰੋਕਿਆ ਤੇ ਉੱਥੋਂ ਉਹਨਾਂ ਨੇ ਕਿਹਾ ਵੀ ਸਾਡੇ ਉੱਚ ਦੇ ਪੀਰ ਦਾ। ਉਹ ਨਾਕਾ ਤੋਂ ਬਾਹਰ ਗੁਰੂ ਸਾਹਿਬ ਆ ਗਏ। ਗੁਰੂ ਸਾਹਿਬ ਨੇ ਆ ਕੇ ਬਾਅਦ 'ਚ ਆਪਣਾ ਜੀਵਨ ਜਿਹੜਾ ਉਸੇ ਤਰੀਕੇ ਨਾਲ ਯੁੱਧਾਂ ਵਾਲਾ ਜਿਹੜਾ ਸ਼ੁਰੂ ਰੱਖਿਆ। ਪਰ ਇੱਥੇ ਮੈਂ ਇੱਕ ਗੱਲ ਜਿਹੜੀ ਜ਼ਰੂਰੀ ਕਹਿਣਾ ਚਾਹੁੰਦਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਦਾ ਹੀ ਵਾਕਿਆ ਹੀ ਰੂਪ ਸੀਗੇ, ਇਹਦੇ ਵਿੱਚ ਕੋਈ ਦੋ ਰਾਇਮਾ ਨਹੀਂ। ਉਹਨਾਂ ਲਈ ਸਾਰੀ ਦੁਨੀਆ ਦਾ, ਸਾਰੀ ਕਾਇਨਾਤ ਦਾ, ਸਾਰੇ ਧਰਮਾਂ ਦਾ ਇੱਕੋ ਹੀ ਮੁੱਲ ਸੀਗਾ, ਇਨਸਾਨੀਅਤ, ਜਿਹੜੀ ਸਾਡੇ ਵਿੱਚੋਂ ਦੂਰ ਹੁੰਦੀ ਜਾ ਰਹੀ ਆ। ਉਹ ਅਕਾਲ ਪੁਰਖ ਵਾਹਿਗੁਰੂ ਦਾ ਰੂਪ, ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਸਾਰਿਆਂ ਨੂੰ ਇੱਕੋ ਜਿਹੀ ਧੁੱਪ ਦਿੰਦਾ, ਸਾਰਿਆਂ ਨੂੰ ਇੱਕੋ ਜਿਹੀ ਹਵਾ ਦਿੰਦਾ, ਸਾਰਿਆਂ ਨੂੰ ਇੱਕੋ ਜਿਹੀ ਧਰਤੀ ਦਿੱਤੀ ਆ, ਸਾਰਿਆਂ ਨੂੰ ਦੋ ਅੱਖਾਂ, ਸਾਰੇ ਦਾ ਸਾਰਾ ਜੀਵਨ ਇੱਕੋ ਜਿਹਾ ਦਿੱਤਾ। ਫਿਰ ਇੱਥੇ ਅਸੀਂ ਵੰਡੀਆਂ ਪਾ ਕੇ ਉਹਨੂੰ ਕਿਹੜੇ ਤਰੀਕੇ ਨਾਲ ਦੇਖਦੇ ਹਾਂ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਦੋਨਾਂ ਭਰਾਵਾਂ ਨੂੰ ਇਤਿਹਾਸ ਦੱਸਦਾ ਹੈ ਕਿ ਲਿਖਤੀ ਰੂਪ ਵਿੱਚ ਦਿੱਤਾ ਕਿ ਤੁਸੀਂ ਮੇਰੇ ਜਿਹੜੇ ਆ ਪੁੱਤਰ ਹੋ। ਆਪਣੇ ਪੁੱਤਰ ਦਾ ਦਰਜਾ ਜਿਹੜਾ ਆ ਗਨੀ ਖਾਨ ਤੇ ਨਬੀ ਖਾਨ ਨੂੰ ਦਿੱਤਾ। ਤੇ ਅੱਜ ਅਸੀਂ ਉਹ ਸਿੱਖ ਕਹਾਉਣ ਵਾਲੇ ਸਿਰਫ ਇਸੇ ਗੱਲ ਦੇ ਉੱਤੇ ਜ਼ੋਰ ਦੇਈ ਜਾਈਏ ਕਿ ਮੁਸਲਮਾਨਾਂ ਦੀ ਕਦੀ ਵੀ ਕੋਈ ਗੱਲ ਨਹੀਂ ਮੰਨਣੀ, ਮੁਸਲਮਾਨ ਤੇ ਕਦੀ ਵੀ ਕੋਈ ਵਿਸ਼ਵਾਸ ਨਹੀਂ ਕਰਨਾ, ਜਦੋਂ ਕਿ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਾਈਂ ਮੀਆਂ ਮੀਰ ਜੀ ਤੋਂ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਾਇਆ ਗਿਆ। ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬਾਂ ਦੇ ਸਮੇਂ, ਗੁਰੂ ਸਾਹਿਬਾਂ ਦੇ ਜੀਵਨ ਵਿੱਚ ਇੱਕ ਨਹੀਂ ਹਜ਼ਾਰਾਂ ਹੀ ਐਸੀਆਂ ਘਟਨਾਵਾਂ ਹਨ ਜਿਹਦੇ ਵਿੱਚ ਧਰਮ ਤੋਂ ਬਾਹਰ ਜਾ ਕੇ, ਧਰਮ ਤੋਂ ਉੱਪਰ ਉੱਠ ਕੇ
ਇਨਸਾਨੀਅਤ ਦੇ ਵਿੱਚ ਜਾ ਕੇ, ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਜਾ ਕੇ, ਅਕਾਲ ਪੁਰਖ ਨੂੰ ਇੱਕ ਮੰਨਦੇ ਹੋਏ, ਅਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਅਸੀਂ ਉਸ ਵੱਲ ਘੱਟ ਧਿਆਨ ਦਿੰਦੇ ਹਾਂ, ਪਰ ਸਾਡੇ ਸਿਆਸੀ ਲੋਕਾਂ ਨੇ ਇਹਨੂੰ ਬੜੇ ਤਰੀਕੇ ਨਾਲ ਲਾਭ ਉਠਾਉਣਾ ਸ਼ੁਰੂ ਕੀਤਾ। ਮੈਂ ਨਹੀਂ ਕਹਿੰਦਾ ਕਿ ਅਸੀਂ ਹਿੰਦੂ ਨੂੰ ਹਿੰਦੂ ਕਰਕੇ ਨਫ਼ਰਤ ਕਰੀਏ, ਜਾਂ ਮੁਸਲਮਾਨ ਨੂੰ ਮੁਸਲਮਾਨ ਕਰਕੇ ਕਰੀਏ, ਜਾਂ ਈਸਾਈ ਨੂੰ ਈਸਾਈ ਕਰਕੇ ਕਰੀਏ। ਜਦੋਂ ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਗਿਆ ਸੀਗਾ ਕਿ ਕਿਹੜਾ ਧਰਮ ਚੰਗਾ ਆ, ਹਿੰਦੂ ਚੰਗਾ ਆ ਜਾਂ ਮੁਸਲਮਾਨ ਚੰਗਾ ਆ, ਤਾਂ ਗੁਰੂ ਨਾਨਕ ਦੇਵ ਜੀ ਨੇ ਕੀ ਕਿਹਾ ਸੀਗਾ? ਸ਼ੁਭ ਅਮਲਾਂ ਵਾਜੋਂ ਦੋਨੋਂ ਰੋਏ। ਜਿਸ ਬੰਦੇ ਦੇ ਕਰਮ ਚੰਗੇ ਆ ਉਹਦਾ ਧਰਮ ਚੰਗਾ ਹੈ, ਜਿਸ ਬੰਦੇ ਦੇ ਕਰਮ ਮਾੜੇ ਆ ਉਹਦਾ ਧਰਮ ਮਾੜਾ ਹੈ। ਇਹਦੇ ਵਿੱਚ ਹਿੰਦੂ ਜਾਂ ਮੁਸਲਮਾਨ ਜਾਂ ਸਿੱਖ ਦਾ ਮਤਲਬ ਨਹੀਂ। ਅੱਜ ਸਾਡੇ ਵਿੱਚ ਜੋ ਵੀ ਹੋ ਰਿਹਾ, ਕੀ ਦੇਖਦੇ ਹਾਂ? ਸਾਡੇ ਸਿੱਖੀ ਸਰੂਪ ਦੇ ਵਿੱਚ ਹੀ ਬਹੁਤ ਸਾਰੇ ਐਸੇ ਮੌਲਵੀ ਪੈਦਾ ਹੋ ਚੁੱਕੇ, ਬਹੁਤ ਸਾਰੇ ਐਸੇ ਬਾਬੇ ਪੈਦਾ ਹੋ ਚੁੱਕੇ, ਜਿਨ੍ਹਾਂ ਦੇ ਕਰਕੇ ਸਾਡੀ ਕੌਮ ਦਾ ਜਿਹੜਾ ਅਸਲੀ ਮਨੋਰਥ ਆ, ਅਸੀਂ ਉਹ ਤੋਂ ਦੂਰ ਚੱਲ ਜਾਂਦੇ। ਕਿਉਂਕਿ ਸਾਡੀ ਕੌਮ ਦੇ ਵਿੱਚ ਐਸੇ ਵੱਡੇ ਵੱਡੇ ਬਾਬੇ ਡੇਰਿਆਂ ਵਾਲੇ ਪੈਦਾ ਹੋ ਗਏ, ਜਿਨ੍ਹਾਂ ਨੇ ਸਾਡੀ ਕੌਮ ਨੂੰ ਉਸ ਤਰੀਕੇ ਨਾਲ ਬਦਨਾਮ ਕਰਕੇ ਰੱਖਤਾ, ਜਦੋਂ ਜਿਹੜਾ ਕਦੀ ਮੁਸਲਮਾਨ ਮੌਲਵੀ ਕਰਦੇ ਸੀ ਜਾਂ ਹਿੰਦੂਆਂ ਵੱਲੋਂ ਬ੍ਰਾਹਮਣ ਕਰਦੇ ਸੀ। ਇੱਥੇ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ, ਅੱਜ ਜਿਹੜੇ ਸਮੇਂ ਦੇ ਬਾਬੇ ਡੇਰੇ ਬਣਾਈ ਬੈਠੇ ਆ, ਉਹਨਾਂ ਤੋਂ ਬਹੁਤ ਹੀ ਖਬਰਦਾਰ ਹੋਣ ਦੀ ਸਾਨੂੰ ਜ਼ਰੂਰਤ ਆ। ਕਿਉਂਕਿ ਇਨਸਾਨੀਅਤ ਦੇ ਨਾਤੇ ਨਾਲ ਪਾੜਨਾ, ਛੋੜਨਾ, ਇਹ ਵੀ ਇੱਕ ਬਹੁਤ ਵੱਡਾ ਪਾਪ ਆ। ਆਪੋ ਆਪਣੀਆਂ ਮਰਿਆਦਾ ਬਣਾਈ ਬੈਠੇ ਆ, ਜਦੋਂ ਕਿ ਗੁਰੂ ਸਾਹਿਬ ਨੇ ਸਾਨੂੰ ਕੋਈ ਮਰਿਆਦਾ ਨਹੀਂ। ਇਨਸਾਨ ਦੀ ਜਿਹੜੀ ਆ ਉਹ ਇੱਕੋ ਇੱਕ ਮਰਿਆਦਾ ਜੋ ਸਿੱਖ ਧਰਮ ਦੇ ਵਿੱਚ ਦਿੱਤੀ ਗਈ ਆ, ਜੋ ਸ਼ਬਦ ਗੁਰੂ ਨੇ ਸਾਨੂੰ ਸਮਝਾਈ ਆ। ਤੋ ਸਾਨੂੰ ਸਿਆਸੀ ਗੱਲਾਂ ਤੋਂ, ਸਿਆਸੀ ਧਰਮਾਂ ਤੋਂ, ਸਿਆਸੀ ਪ੍ਰਚਾਰਾਂ ਤੋਂ ਬਚ ਕੇ ਆਪਸ ਵਿੱਚ ਪਿਆਰ ਦੀ ਭਾਵਨਾ ਦੇ ਨਾਲ ਰਹਿਣਾ ਚਾਹੀਦਾ ਆ। ਸਾਨੂੰ ਇਸ ਤਰੀਕੇ ਨਾਲ ਨਹੀਂ ਕਦੀ ਵੀ ਸੋਚਣਾ ਚਾਹੀਦਾ ਕਿ ਉਹ ਧਰਮ ਜਿਹੜਾ ਉਹ ਮਾੜਾ ਆ, ਉਹ ਧਰਮ ਜਿਹੜਾ ਮਾੜਾ। ਅੱਜ ਜੋ ਹੋ ਰਿਹਾ ਸਮਾਜ ਦੇ ਵਿੱਚ, ਥਾਂ ਤੇ ਹਰ ਮੁਲਕ ਦੇ ਵਿੱਚ ਦੇਖ ਦਿਓ, ਕਿਤੇ ਕੋਈ ਬੰਬ ਮਾਰਦਾ ਪਿਆ, ਕਿਤੇ ਕੋਈ ਬੰਬ ਮਾਰਦਾ ਪਿਆ, ਕਿਤੇ ਕੋਈ ਕਤਲੇਆਮ ਹੋ ਰਿਹਾ, ਕਿਤੇ ਕੋਈ ਕਤਲੇਆਮ ਹੋ ਰਿਹਾ। ਪਰ ਉਹ ਕਰਨ ਵਾਲੇ, ਕਰਾਉਣ ਵਾਲੇ ਸ਼ਾਇਦ ਏਜੰਸੀਆਂ ਬੈਠੀਆਂ, ਜਾਂ ਉਹ ਲੋਕ ਜਿਹੜੇ ਕਰਦੇ ਆ, ਜਿਨ੍ਹਾਂ ਨੂੰ ਇਨਸਾਨੀਅਤ ਦੀ ਕਦਰ ਕੋਈ ਨਹੀਂ। ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹਨੂੰ ਮੈਂ ਮਾਰ ਰਿਹਾ, ਜਿਹਨੂੰ ਮੈਂ ਕਤਲ ਕਰ ਰਿਹਾ, ਉਹਦੇ ਵਿੱਚ ਵੀ ਉਹ ਬੈਠਾ। ਜਦੋਂ ਆਪਾਂ ਸਾਰੇ ਕਹਿੰਦੇ ਆ, ਔਰ ਮੁਸਲਮਾਨ ਧਰਮ ਵਿੱਚ ਵੀ ਕਹਿੰਦੇ ਆ, ਕਿ ਜਦੋਂ ਹਰ ਇਨਸਾਨ, ਹਰ ਜੀਵ, ਜੋ ਵੀ ਇਸ ਧਰਤੀ 'ਤੇ ਪੈਦਾ ਹੋਇਆ, ਉਹਦੇ ਵਿੱਚ ਅੱਲਾ ਦਾ ਨੂਰ ਆ, ਉਹ ਮੰਨਦੇ ਆ, ਕੁਰਾਨ ਦੇ ਵਿੱਚ ਲਿਖਿਆ। ਪਰ ਫਿਰ ਵੀ ਸਾਰਾ ਕੁਝ ਹੋ ਰਿਹਾ। ਉਹ ਕਿਉਂ ਹੋ ਰਿਹਾ? ਕਿਉਂਕਿ ਜਿਹੜੇ ਸਿਆਸੀ ਲੋਕ ਆ, ਜੋ ਡੇਰਿਆਂ ਵਾਲੇ ਬਾਬੇ ਆ, ਚਾਹੇ ਬ੍ਰਾਹਮਣਾਂ ਦੇ ਵਿੱਚ ਹੋਣ, ਚਾਹੇ ਮੌਲਵੀਆਂ ਦੇ ਵਿੱਚ ਹੋਣ, ਚਾਹੇ ਸਿੱਖਾਂ ਦੇ ਵਿੱਚ ਹੋਣ, ਉਹ ਜਿਹੜੀ ਸਾਡੀ ਇਹ ਦੁਨੀਆਦਾਰੀ ਆ, ਜਿਹੜੇ ਸਾਡੇ ਲੋਕ ਆ, ਉਹਨਾਂ ਨੂੰ ਅਸਲੀ ਮਕਸਦ ਨਹੀਂ ਦੱਸਦੇ। ਉਹਨਾਂ ਨੂੰ ਪਾੜ ਕੇ ਆਪੋ ਆਪਣਾ ਕਾਰੋਬਾਰ, ਆਪੋ ਆਪਣੇ ਡੇਰੇ, ਆਪੋ ਆਪਣੀਆਂ ਕੁਰਸੀਆਂ ਜਿਹੜੀਆਂ ਚਲਾਉਣੀਆਂ ਚਾਹੁੰਦੇ ਆ। ਤਾਂ ਮੇਰੀ ਨਿਮਰਤਾ ਸਹਿਤ ਅੱਜ ਦੇ ਇਸ ਪ੍ਰੋਗਰਾਮ ਵਿੱਚ ਇਹੀ ਬੇਨਤੀ ਸੀ ਕਿ ਅਸੀਂ ਕਿਸੇ ਨੂੰ ਧਰਮ ਦੇ ਨਾਂ ਦੇ ਉੱਤੇ, ਫਿਰਕਾ ਪ੍ਰਸਤ ਦੇ ਨਾਂ ਦੇ ਉੱਤੇ ਇਸ ਤਰੀਕੇ ਨਾਲ ਨਫ਼ਰਤ ਨਾ ਕਰੀਏ ਕਿ ਜਿਹੜਾ ਸਾਡਾ ਸਿੱਖੀ ਦਾ ਅਸਲੀ ਮਨੋਰਥ ਆ, ਉਹਨੂੰ ਭੁੱਲ ਜਾਈਏ। ਕਿਉਂਕਿ ਸਾਡੇ ਸਾਹਮਣੇ ਇੱਕ ਬਹੁਤ ਵੱਡੀ ਮਿਸਾਲ ਭਾਈ ਕਨ੍ਹਈਆ ਜੀ ਦੀ ਵੀ ਆਉਂਦੀ ਆ। ਜਦੋਂ ਭਾਈ ਕਨ੍ਹਈਆ ਜੀ ਮਸ਼ਕ ਲੈ ਕੇ ਜਿਹੜੇ ਫੱਟੜ ਆ, ਉਹਨਾਂ ਨੂੰ ਪਾਣੀ ਪਿਲਾ ਰਹੇ ਆ, ਤੇ ਜਦੋਂ ਪਾਣੀ ਪਿਲਾ ਰਹੇ ਤਾਂ ਕੁਛ ਸਿੰਘਾਂ ਨੇ ਜਿਹੜੀ ਆ ਸ਼ਿਕਾਇਤ ਕੀਤੀ ਕਿ ਸਾਡੇ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਹੇ ਆ, ਇਹ ਮੁਸਲਮਾਨਾਂ ਨੂੰ ਵੀ ਪਾਣੀ ਪਿਲਾ ਰਹੇ ਆ, ਇਹ ਉਹਨਾਂ ਪਹਾੜੀ ਰਾਜਿਆਂ ਨੂੰ ਵੀ ਪਾਣੀ ਪਿਲਾ ਰਹੇ ਆ, ਜਿਨ੍ਹਾਂ ਨਾਲ ਅਸੀਂ ਲੜਦੇ ਹਾਂ, ਜਿਨ੍ਹਾਂ ਨਾਲ ਅਸੀਂ ਯੁੱਧ ਕਰਦੇ ਹਾਂ, ਜਿਨ੍ਹਾਂ ਨੂੰ ਅਸੀਂ ਫੱਟੜ ਕਰਦੇ ਹਾਂ, ਇਹ ਪਾਣੀ ਪਿਲਾ ਕੇ ਫੇਰ ਤਕੜਾ ਕਰ ਦਿੰਦੇ ਆ। ਪਰ ਜਦੋਂ ਭਾਈ ਕਨ੍ਹਈਆ ਜੀ ਨੂੰ ਪੇਸ਼ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਸ਼ਿਕਾਇਤ ਲਾ ਕੇ, ਤੇ ਭਾਈ ਕਨ੍ਹਈਆ ਜੀ ਨੇ ਕਿਹਾ, ਮੈਂ ਤਾਂ ਹੋਰ ਕਿਸੇ ਨੂੰ ਪਾਣੀ ਪਿਲਾਇਆ ਨਹੀਂ, ਮੈਂ ਨਹੀਂ ਕਿਸੇ ਹੋਰ ਨੂੰ ਪਾਣੀ ਪਿਲਾਇਆ। ਉਹ ਕਹਿੰਦੇ ਸਿੰਘ ਝੂਠ ਬੋਲਦੇ ਆ, ਇਹ ਕਹਿੰਦੇ ਤੁਸੀਂ ਪਾਣੀ ਪਿਲਾਇਆ। ਤੇ ਭਾਈ ਕਨ੍ਹਈਆ ਜੀ ਕਹਿੰਦੇ, ਮੈਂ ਇਹ ਨਹੀਂ ਕਹਿੰਦਾ ਝੂਠ ਬੋਲਦੇ ਆ,
ਇਹ ਵੀ ਸੱਚ ਬੋਲਦੇ ਆ, ਇਹ ਝੂਠ ਨਹੀਂ ਬੋਲਦੇ, ਇਹ ਵੀ ਸੱਚ ਬੋਲਦੇ ਆ। ਪਰ ਮੈਂ ਵੀ ਸੱਚ ਬੋਲਦਾ ਕਿ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ। ਕਿਉਂ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ? ਉਹ ਕਹਿੰਦੇ ਮੇਰੀ ਅੱਖਾਂ ਨੇ ਤਾਂ ਦੂਸਰਾ ਕੁਝ ਦੇਖਿਆ ਹੀ ਨਹੀਂ, ਮੈਨੂੰ ਤਾਂ ਹੋਰ ਕੋਈ ਦੂਸਰਾ ਦਿਸਿਆ ਹੀ ਨਹੀਂ, ਤੇ ਨਾ ਹੀ ਮੈਨੂੰ ਆਪਣੇ ਜੀਵਨ ਵਿੱਚ ਤੁਸੀਂ ਦੂਸਰੇ ਦਾ ਕੋਈ ਸ਼ਬਦ ਹੀ ਪੜਾਇਆ। ਤੁਸੀਂ ਤਾਂ ਮੈਨੂੰ ਹਮੇਸ਼ਾ ਏਕੇ ਦਾ ਹੀ ਸ਼ਬਦ ਪੜਾਇਆ। ਤੁਸੀਂ ਤਾਂ ਆਪਣੀ ਜ਼ਿੰਦਗੀ ਵਿੱਚ ਸਿਰਫ ਏਕੇ ਦੀ ਗੱਲ ਕੀਤੀ, ਕਦੀ ਦੂਸਰੀ ਗੱਲ ਹੀ ਨਹੀਂ ਕੀਤੀ। ਤੇ ਜਿਹਨੂੰ ਵੀ ਮੈਂ ਪਾਣੀ ਪਿਲਾਇਆ ਮੈਨੂੰ ਉਹਦੇ ਵਿੱਚ ਤੇਰਾ ਹੀ ਰੂਪ ਨਜ਼ਰ ਆਇਆ, ਉਹਦੇ ਵਿੱਚ ਤੇਰਾ ਹੀ ਰੂਪ ਆਇਆ। ਮੈਨੂੰ ਸਾਰੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਨਜ਼ਰ ਆਏ ਆ, ਮੈਨੂੰ ਮੁਸਲਮਾਨ ਵਿੱਚ ਵੀ ਗੁਰੂ ਗੋਬਿੰਦ ਸਿੰਘ ਨਜ਼ਰ ਆਇਆ, ਮੈਨੂੰ ਉਹ ਹਿੰਦੂ ਵਿੱਚ ਵੀ ਗੁਰੂ ਗੋਬਿੰਦ ਸਿੰਘ ਨਜ਼ਰ ਆਇਆ, ਮੈਨੂੰ ਇਹਨਾਂ ਸਿੱਖਾਂ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਨਜ਼ਰ ਆਇਆ। ਕਿਉਂਕਿ ਮੇਰੇ ਗੁਰੂ ਨੇ, ਤੁਸੀਂ ਮੈਨੂੰ ਦੂਸਰੇ ਦਾ ਪਾਠ ਨਹੀਂ ਪੜਾਇਆ। ਤੋ ਅੱਜ ਅਸੀਂ ਨਫ਼ਰਤ ਦੇ ਚੱਕਰ 'ਚ ਕਿਉਂ ਫਸ ਗਏ? ਸਾਨੂੰ ਹੁਸ਼ਿਆਰ ਰਹਿਣਾ ਚਾਹੀਦਾ ਉਹਨਾਂ ਲੋਕਾਂ ਤੋਂ, ਉਹਨਾਂ ਬੰਦਿਆਂ ਤੋਂ, ਉਹਨਾਂ ਜਥੇਬੰਦੀਆਂ ਤੋਂ, ਉਹਨਾਂ ਬਾਬਿਆਂ ਤੋਂ, ਜਿਹੜੇ ਸਾਨੂੰ ਆਪਸ ਵਿੱਚ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਪਾੜ ਕੇ ਆਪੋ ਆਪਣਾ ਹੱਲ ਕਰਨਾ ਚਾਹੁੰਦੇ ਆ, ਆਪੋ ਆਪਣੇ ਡੇਰੇ ਚਲਾਉਣਾ ਚਾਹੁੰਦੇ ਆ, ਸਾਨੂੰ ਨਫ਼ਰਤ ਦੇ ਵਿੱਚ ਭੇਜਣਾ ਚਾਹੁੰਦੇ ਆ। ਅਸੀਂ ਗੁਰਸਿੱਖ ਬਣੀਏ, ਗੁਰਸਿੱਖੀ ਦੀ ਗੱਲ ਕਰੀਏ, ਗੁਰਸਿੱਖੀ ਦੀ ਗੱਲ ਨੂੰ ਸਮਝਣ ਤੇ ਸੋਚਣ ਦੀ, ਵਿਚਾਰਨ ਦੀ ਗੱਲ ਕਰੀਏ, ਗੁਰ ਇਤਿਹਾਸ ਨੂੰ ਵੀ ਗੁਰਬਾਣੀ ਦੇ ਨਾਲ ਪੜ੍ਹੀਏ। ਆਓ ਆਪਾਂ 1 ਮਿੰਟ ਵਾਸਤੇ ਸਿਮਰਨ ਕਰਦੇ ਹਾਂ। ਵਾਹਿਗੁਰੂ 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 ਵਾਹਿਗੁਰੂ, ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।